ਹੈਲੋ ਵੈਲਕਮ ਟੂ ਆਲ ਆਫ ਯੂ। ਅੱਜ ਆਪਾਂ ਗੱਲ ਕਰਾਂਗੇ ਸਪੀਕਿੰਗ ਟਿਪਸ ਐਂਡ ਟ੍ਰਿਕਸ ਦੀ। ਠੀਕ ਹੈ, ਤਾਂ ਮੈਂ ਇਸ ਇੱਕ ਵੀਡੀਓ ਦੇ ਵਿੱਚ ਕੀ ਆ ਤੁਹਾਨੂੰ ਕਲੀਅਰ ਕਰਾਂਗੀ ਕਿ ਤੁਸੀਂ ਕਿਸ ਤਰੀਕੇ ਨਾਲ 3 ਪਾਰਟਸ ਸਪੀਕਿੰਗ ਦੇ ਕਵਰ ਕਰਨੇ ਆ। ਠੀਕ ਹੈ, ਟਿਪਸ ਐਂਡ ਟ੍ਰਿਕਸ ਦਊਂਗੀ ਵਿਦਿਨ 15 ਡੇਜ਼ ਦੇ ਵਿੱਚ ਤੁਸੀਂ ਕਿੱਦਾਂ ਆਪਣੀ ਸਪੀਕਿੰਗ ਜਿਹੜੀ ਇੰਪਰੂਵ ਕਰਨੀ ਆ। ਮਈ ਮੰਥ ਦੇ ਵਿੱਚ ਤੁਸੀਂ ਲਾਈਕ ਜਿਹੜੀ ਆਪਣੀ PDF ਚੇਂਜ ਹੋਣੀ ਆ, ਠੀਕ ਹੈ, ਸਪੀਕਿੰਗ ਦੀ, ਔਰ ਤੁਸੀਂ ਕਿਸ ਤਰੀਕੇ ਨਾਲ ਜਿਹੜਾ ਆਪਣੇ ਆਪ ਨੂੰ ਪ੍ਰਪੇਅਰ ਕਰਨਾ ਕਿ 15 ਡੇਜ਼ ਦੇ ਵਿੱਚ ਤੁਹਾਡੀ ਜਿਹੜੀ ਸਪੀਕਿੰਗ ਇੰਪਰੂਵ ਹੋ ਜਾਵੇ। ਠੀਕ ਹੈ, 3 ਪਾਰਟਸ ਹੁੰਦੇ ਨੇ ਆਪਣੇ ਕੋਲ। ਪਾਰਟ 1 ਇੰਟਰੋ ਕੁਐਸਚਨ, ਪਾਰਟ 2 ਕਿਊ ਟੌਪਿਕ, ਠੀਕ ਹੈ, ਐਟਲੀਸਟ ਜਿਹੜਾ 2 ਮਿੰਟਸ ਬੋਲਣਾ ਹੁੰਦਾ ਆਪਾਂ ਇੱਥੇ। ਪਾਰਟ ਜਿਹੜਾ 3 ਹੁੰਦਾ ਆਪਣੇ ਕੋਲ, ਉਹਦੇ ਵਿੱਚ ਕੀ ਆ ਫੋਲੋਅਪਸ ਹੁੰਦੇ ਆ। ਠੀਕ ਹੈ, ਅੱਜ ਤਿੰਨਾਂ ਦੀ ਗੱਲ ਕਰਾਂਗੇ ਕਿਸ ਤਰੀਕੇ ਦੇ ਨਾਲ ਤੁਸੀਂ ਕਰ ਸਕਦੇ। ਵੀਡੀਓ ਥੋੜ੍ਹੀ ਜਿਹੀ ਲੈਂਥੀ ਹੋ ਸਕਦੀ ਆ ਬਟ 100% ਤੁਹਾਡੀ ਯੂਜ਼ਫੁਲ ਹੋਗੀ। ਤਾਂ ਜਿਹੜੇ ਆਪਣੇ ਕੋਲ ਨਹੀਂ ਹੈਗੇ ਇੰਟਰੋ ਕੁਐਸਚਨ, ਠੀਕ ਹੈ, ਪਹਿਲਾਂ ਬੇਸਿਕ ਜੀ ਗੱਲ ਕਰ ਲਈਏ। ਫਸਟ ਆਫ ਆਲ ਕਿ ਜਿਹੜੀ ਸਪੀਕਿੰਗ ਤੁਹਾਡੇ ਤੋਂ ਕੀ ਡਿਮਾਂਡ ਕਰਦੀ ਹੈ, ਠੀਕ ਹੈ, ਇਹਦੀਆਂ ਨੀਡਸ ਕੀ ਨੇ, ਕਿਸ ਤਰੀਕੇ ਨਾਲ ਤੁਸੀਂ ਆਪਣੀ ਇੰਪਰੂਵ ਕਰ ਸਕਦੇ ਹੋ। ਫਸਟ ਜਿਹੜੀਆਂ 2 ਟਿਪਸ ਨੇ ਮੈਂ ਉਹ ਕਹੂੰਗੀ ਕਿ ਤੁਸੀਂ ਇੱਕ ਚੀਜ਼ ਪ੍ਰਪੇਅਰ ਕਰਨੀ ਹੈਗੀ ਆ। ਪਹਿਲਾਂ ਤਾਂ ਕਰਨੀ ਹੈਗੀ ਆ ਤੁਸੀਂ ਸੈਂਟੈਂਸ ਵੇਰੀਏਸ਼ਨ। ਠੀਕ ਹੈ, ਅਗਰ ਤੁਹਾਡੀ ਸੈਂਟੈਂਸ ਵੇਰੀਏਸ਼ਨ ਹੈ ਦੈਨ ਤੁਹਾਡੀ ਜਿਹੜੀ ਸਪੀਕਿੰਗ ਹੈਗੀ ਆ ਉਹ 100% ਇੰਪਰੂਵ ਹੈ। ਠੀਕ ਹੈ, ਨੈਕਸਟ ਕੀ ਹੈ ਉਸ ਤੋਂ ਅੱਗੇ ਹੈਗੇ ਈਡੀਅਮਸ। ਠੀਕ ਹੈ, ਈਡੀਅਮਸ ਇਹ ਨੇ 2 ਜਿਹੜੀਆਂ ਨੀਡਸ ਆਪਣੀਆਂ ਸਪੀਕਿੰਗ ਦੀਆਂ, ਜੋ ਜੇ ਸਪੀਕਿੰਗ ਦੇ ਵਿੱਚ ਤੁਸੀਂ ਐਡ ਕਰਦੇ ਹੋ ਦੈਨ 100% ਇੰਪਰੂਵਮੈਂਟ ਹੁੰਦੀ ਆ। 100 ਮਤਲਬ 100% ਜਿਹੜੀ ਤੁਹਾਡੀ ਇੰਪਰੂਵਮੈਂਟ ਹੋਏਗੀ ਸਪੀਕਿੰਗ ਦੇ ਵਿੱਚ ਅਗਰ ਤੁਸੀਂ ਸੈਂਟੈਂਸ ਵੇਰੀਏਸ਼ਨ ਐਂਡ ਈਡੀਅਮਸ ਯੂਜ਼ ਕਰਦੇ ਆ। ਹੁਣ ਠੀਕ ਹੈ, ਨੈਕਸਟ ਕੁਐਸਚਨ ਆਉਂਦਾ ਕਿ ਸੈਂਟੈਂਸ ਵੇਰੀਏਸ਼ਨ ਸਿੱਖੀਏ ਕਿੱਦਾਂ। ਠੀਕ ਹੈ, ਇੰਨੇ ਸੈਂਟੈਂਸ ਕਿੱਦਾਂ ਕਰੀਏ ਔਰ ਪਤਾ ਕਿੱਦਾਂ ਚੱਲੇਗਾ ਕਿ ਇਸ ਦੇ ਵਿੱਚ ਕਿ ਇੱਥੇ ਬੋਲਣਾ ਹੈ। ਠੀਕ ਹੈ, ਵੇਰੀਏਸ਼ਨ ਅਸੀਂ ਭੁੱਲ ਜਾਂਦੇ ਹਾਂ। ਇਹ ਸਭ ਦਾ ਸੋਲਿਊਸ਼ਨ ਦੱਸਦੀ ਹਾਂ। ਦੇਖੋ, ਸੈਂਟੈਂਸ ਵੇਰੀਏਸ਼ਨ ਦੀ ਆਪਣੇ ਕੋਲ 7 ਡੇਜ਼ ਲੱਗਦੇ ਆ। ਜੇ ਮੈਂ ਗੱਲ ਕਰਾਂ ਕਿ ਹਰ ਇੱਕ ਟਾਈਪ ਦਾ ਤੁਸੀਂ ਜਿਹੜਾ ਸੈਂਟੈਂਸ ਸਿੱਖਣਾ ਹੋਵੇ ਰਾਈਟਿੰਗ ਐਂਡ ਸਪੀਕਿੰਗ ਦੇ ਲਈ, ਇੱਕ ਮੋਡਿਊਲ ਦੇ ਨਾਲ ਤੁਹਾਡੇ 2 ਮੋਡਿਊਲ ਇੰਪਰੂਵ ਹੋਣਗੇ। ਅਗਰ ਸਪੀਕਿੰਗ ਇੰਪਰੂਵ ਕਰਨੀ ਚਾਹੋਗੇ ਤਾਂ ਰਾਈਟਿੰਗ ਹੋਊਗੀ, ਅਗਰ ਰਾਈਟਿੰਗ ਕਰਨੀ ਚਾਹੋਗੇ ਤਾਂ ਸਪੀਕਿੰਗ ਹੋਏਗੀ। ਠੀਕ ਹੈ, ਦੇਖੋ ਵੇਰੀਏਸ਼ਨ ਦੋਨਾਂ ਦੇ ਵਿੱਚ ਸੇਮ ਲੱਗਣੀਆਂ ਹੈ, ਉਹੀ ਰਾਈਟਿੰਗ ਦੇ ਵਿੱਚ ਲੱਗਣੀਆਂ ਨੇ, ਉਹੀ ਤੁਹਾਡੀਆਂ ਸਪੀਕਿੰਗ ਦੇ ਵਿੱਚ ਲੱਗਣੀਆਂ। ਫਿਰ ਜਸਟ 1 ਵੀਕ ਹੈ। ਕਾਫੀ ਸਟੂਡੈਂਟਸ ਇੰਨਾ ਟਾਈਮ ਜਿਹੜਾ ਤੁਸੀਂ ਆਇਲਸ 'ਤੇ ਸਪੈਂਡ ਕਰ ਦਿੰਦੇ ਹੈਗੇ ਆ ਕਲੀਅਰ ਕਰਨ ਲਈ। ਠੀਕ ਹੈ, ਐਗਜ਼ਾਮ 1 ਵਾਰ ਦੇ ਦਿੱਤਾ, 2 ਵਾਰ ਦੇ ਦਿੱਤਾ, ਤਾਂ ਉਸ ਚੀਜ਼ ਨੂੰ ਤੁਸੀਂ ਰੋਕਣ ਦੇ ਲਈ, ਠੀਕ ਹੈ, ਤਾਂ ਆਪਣਾ ਪਹਿਲਾਂ ਤੋਂ ਹੀ ਪ੍ਰਪੇਅਰ ਕਰੋ ਤਾਂ ਤੁਸੀਂ ਫਸਟ ਟਾਈਮ ਦੇ ਵਿੱਚ ਜਿਹੜਾ ਕਿ ਐਗਜ਼ਾਮ ਕਲੀਅਰ ਕਰ ਜਾਓ। ਠੀਕ ਹੈ, ਐਗਜ਼ਾਮ ਇੰਨਾ ਡਿਫੀਕਲਟ ਨਹੀਂ ਹੈਗਾ ਜਿੰਨਾ ਆਪਾਂ ਸਟੂਡੈਂਟਸ ਨੇ ਬਣਾਇਆ ਹੈਗਾ। ਠੀਕ ਹੈ, ਤੁਸੀਂ ਕੀ ਕਰਨਾ ਜਸਟ ਵੇਰੀਏਸ਼ਨ ਸਿੱਖਣਾ ਹੈ। ਜਿੱਦਾਂ ਸੈਂਟੈਂਸ ਹੋ ਗਿਆ ਆਪਣੇ ਕੋਲੇ ਕੰਪਲੈਕਸ ਸੈਂਟੈਂਸ ਮੇਨ ਨੇ, ਪੈਸਿਵ ਵੋਇਸ, ਠੀਕ ਹੈ, ਔਰ ਆਪਣੇ ਕੋਲੇ ਕੰਡੀਸ਼ਨਲ ਸੈਂਟੈਂਸ, ਠੀਕ ਹੈ, ਔਰ ਕੁਐਸਚਨ ਫਾਰਮਸ, ਇੱਦਾਂ ਦੇ ਜਿਹੜੇ ਸੈਂਟੈਂਸ ਹੈ ਜਸਟ 1 ਵੀਕ ਲੱਗਦਾ। ਮੈਂ 1 ਵੀਕ ਵੀ ਜ਼ਿਆਦਾ ਕਹਿ ਰਹੀ ਹਾਂ। ਠੀਕ ਹੈ, ਅਗਰ ਤੁਸੀਂ ਸਿੱਖੋਗੇ ਜਸਟ 30 ਮਿੰਟ ਡੇਲੀ ਦੇ ਵੀ ਤੁਸੀਂ ਸਪੈਂਡ ਕਰਦੇ ਹੈਗੇ ਆ ਵੇਰੀਏਸ਼ਨ ਤੇ, ਐਂਡ 1 ਵੀਕ ਦੇ ਵਿੱਚ ਤੁਸੀਂ ਵੇਰੀਏਸ਼ਨ ਕਲੀਅਰ ਕਰ ਸਕਦੇ ਆ। ਠੀਕ ਹੈ, ਔਰ ਵੇਰੀਏਸ਼ਨ ਤੁਸੀਂ ਕਲੀਅਰ ਕਰਨ ਤੋਂ ਬਾਅਦ ਤੁਹਾਡੇ ਲਈ 2 ਮਤਲਬ ਕਿ ਇੰਪਰੂਵ ਹੋ ਗਏ। ਅਗਰ ਤੁਸੀਂ ਵੇਰੀਏਸ਼ਨ ਐਡ ਕਰਦੇ ਆ ਸਪੀਕਿੰਗ ਵੀ ਤੁਹਾਡੀ 6.5 'ਤੇ ਆ ਗਈ ਔਰ ਜਿਹੜੇ ਤੁਹਾਡੀ ਹੈਗੀ ਆ ਰਾਈਟਿੰਗ ਉਹ ਵੀ 6.5 'ਤੇ ਆ ਗਈ। ਠੀਕ ਹੈ, ਰਾਈਟਿੰਗ ਦਾ ਤਾਂ ਹੋ ਗਿਆ, ਅਗਰ ਤੁਸੀਂ ਲਾਈਕ ਕਰ ਲਈ ਹੈਗੀ ਆ ਵੇਰੀਏਸ਼ਨ ਹੋ ਗਈਆਂ ਮੀਨਸ ਰਾਈਟਿੰਗ ਥੋੜੀ 6.5 ਤੱਕ ਹੋ ਗਈ। ਓਕੇ, ਉਸ ਤੋਂ ਬਾਅਦ ਗੱਲ ਹੈ ਤੁਹਾਡੀ ਈਡੀਅਮਸ ਦੀ, ਉਹ ਸਪੀਕਿੰਗ ਦੇ ਲਈ। ਠੀਕ ਹੈ, ਰਾਈਟਿੰਗ ਦੇ ਲਈ ਨਹੀਂ ਹੁੰਦੇ, ਸਪੀਕਿੰਗ ਦੇ ਵਿੱਚ ਹੀ ਈਡੀਅਮਸ ਯੂਜ਼ ਕਰਨੇ ਆ, ਰਾਈਟਿੰਗ ਵਿੱਚ ਆਪਾਂ ਨਹੀਂ ਕਰਦੇ। ਠੀਕ ਹੈ, ਈਡੀਅਮਸ ਤੁਸੀਂ ਕੀ ਕਰਨਾ ਜਸਟ 1 ਦਿਨ ਲੱਗਦਾ। ਠੀਕ ਹੈ, 1 ਦਿਨ ਵੀ ਨਹੀਂ, ਮੈਂ ਕਹੂੰਗੀ ਕਿ ਜਿੱਦਾਂ 1 ਆਰ ਲੱਗਦਾ 1 ਦਿਨ ਦੇ ਵਿੱਚ, ਅਗਰ ਤੁਸੀਂ ਘੰਟਾ ਲਗਾਉਂਦੇ ਹੋ ਈਡੀਅਮਸ 'ਤੇ ਯਾਦ ਕਰਨ 'ਤੇ, ਠੀਕ ਹੈ, ਜ਼ਿਆਦਾ ਹੈ। ਠੀਕ ਹੈ, 1 ਘੰਟੇ ਦੇ ਵਿੱਚ ਉਹ ਸਟੂਡੈਂਟ ਵੀ ਜਿਹੜਾ ਐਵਰੇਜ ਹੈ, ਠੀਕ ਹੈ, ਉਹ ਵੀ 1 ਘੰਟੇ ਦੇ ਵਿੱਚ ਯਾਦ ਕਰ ਸਕਦਾ ਹੈ। ਠੀਕ ਹੈ, ਈਡੀਅਮ 10 ਈਡੀਅਮ ਤੁਸੀਂ ਯਾਦ ਕਰ ਲਓ, 10 ਈਡੀਅਮਸ ਪ੍ਰਪੇਅਰ ਕਰੋ ਆਪਣੀ ਸਪੀਕਿੰਗ ਦੇ ਲਈ। ਠੀਕ ਹੈ, ਉੱਦਾਂ ਦੇ ਈਡੀਅਮ ਪ੍ਰਪੇਅਰ ਕਰੋ ਜਿਹੜੇ ਡੇਲੀ ਬੇਸਿਸ 'ਤੇ ਯੂਜ਼ ਹੋ ਸਕਦੇ ਆ ਸਪੀਕਿੰਗ ਦੇ ਵਿੱਚ। ਠੀਕ ਹੈ, ਇੱਦਾਂ ਦੇ ਈਡੀਅਮ ਯੂਜ਼ ਨਾ ਕਰੋ ਜਿਹੜਾ ਇੱਕ ਮਤਲਬ ਕਿ ਟੌਪਿਕ ਦੇ ਵਿੱਚ ਹੀ ਪ੍ਰਪੇਅਰ ਹੋਏਗਾ। ਠੀਕ ਹੈ, ਉਹ ਮਤਲਬ ਕਿ ਲੱਗੇਗਾ ਜ਼ਿਆਦਾ ਨਹੀਂ ਤੁਸੀਂ ਲਗਾ ਸਕਦੇ, ਉੱਦਾਂ ਦੀ ਨਾ ਕਰੋ। 10 ਈਡੀਅਮਸ ਕਾਮਨਲੀ ਯੂਜ਼ ਕਰ ਲਓ। ਠੀਕ ਹੈ, ਜਿਹੜਾ ਕਾਮਨਲੀ ਤੁਹਾਡੇ ਜਿਹੜਾ ਯੂਜ਼ ਹੋ ਜਾਣ। ਠੀਕ ਹੈ, ਸਪੀਕਿੰਗ ਦੇ ਵਿੱਚ ਇੰਟਰੋ ਪਾਰਟਸ ਹੋ ਜਾਣ, ਕਿਊ ਟੌਪਿਕਸ ਹੋ ਜਾਏ, ਫੋਲੋਅਪਸ ਹੋ ਜਾਣ। ਠੀਕ ਹੈ, ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਕਹਿੰਦੇ ਆ ਓਵਰ ਦਾ ਮੂਨ, ਪਾਰਟ ਐਂਡ ਪਾਰਸ਼ਲ, ਠੀਕ ਹੈ, ਰੈਡ ਲੈਟਰ ਡੇ, ਠੀਕ ਹੈ, ਇੱਦਾਂ ਦੇ ਜਿਹੜੇ ਇਹ ਵਾਲੇ ਈਡੀਅਮਸ ਨੇ ਤੁਸੀਂ ਮਤਲਬ ਕਿ ਇੰਟਰੋ ਟੌਪਿਕ 'ਚ ਵੀ ਈਜ਼ਲੀ ਫਿਟ ਕਰ ਸਕਦੇ ਹੋ। ਠੀਕ ਹੈ, ਔਰ ਤੁਸੀਂ ਕਰ ਸਕਦੇ ਹੈਗੇ ਹੋ ਸਪੀਕਿੰਗ ਪਾਰਟ ਦੇ 2 ਦੇ ਵਿੱਚ ਵੀ ਹੋ ਜਾਣੇ ਆ ਔਰ ਸਪੀਕਿੰਗ ਪਾਰਟ 3 ਦੇ ਵਿੱਚ ਵੀ ਹੋ ਜਾਣੇ ਆ। ਠੀਕ ਹੈ, ਤਿੰਨੋਂ ਦੇ ਵਿੱਚ ਈਜ਼ਲੀ ਤੁਸੀਂ ਜਿਹੜਾ ਪ੍ਰਪੇਅਰ ਕਰ ਸਕਦੇ। ਇਹ ਤਾਂ 2 ਨੀਡ ਹੋ ਗਈਆਂ, ਲਾਈਕ 2 ਟਿਪਸ ਹੈ ਜਿਨ੍ਹਾਂ ਨਾਲ ਤੁਸੀਂ ਆਪਣੀ 100% ਸਪੀਕਿੰਗ ਇੰਪਰੂਵ ਕਰ ਸਕਦੇ ਆ, ਸੈਂਟੈਂਸ ਵੇਰੀਏਸ਼ਨ ਐਂਡ ਈਡੀਅਮ। ਹੁਣ ਡਿਟੇਲ 'ਚ ਗੱਲ ਕਰਦੇ ਹੈਗੇ ਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇੰਟਰੋ ਕੁਐਸਚਨ, ਕਿਸ ਤਰੀਕੇ ਦੇ ਨਾਲ ਕਿਊ ਟੌਪਿਕ ਪ੍ਰਪੇਅਰ ਤੁਸੀਂ ਕਰ ਸਕਦੇ ਹੈਗੇ ਆ। ਠੀਕ ਹੈ, ਫਸਟ ਆਫ ਆਲ ਗੱਲ ਕਰਾਂਗੀ ਮੈਂ ਇੰਟਰੋ ਕੁਐਸਚਨ ਦੀ। ਤਾਂ ਇੰਟਰੋ ਕੁਐਸਚਨ ਦੇ ਵਿੱਚ, ਠੀਕ ਹੈ, मैं कुछ जो सैंपल आंसर जो शो करती हाँ, उस तो क्लीयरली पता चल जाएगा कि एग्जामिनर थोनों
किस तरीके दे नाल बैंड स्कोर दिंदा है। फॉर एग्जाम्पल ठीक है, थोड़े जोड़े टॉपिक है फर्स्ट पहला तो बेसिक थोड़ा पता है क्वेश्चन पूछते हैं लाइक नेम ठीक है और थोड़ी बिलोंगिंग वगैरह ठीक है, वो तो हर एक स्टूडेंट्स जो ईजिली क्लीयर कर लेंदा है। उस तो बाद क्वेश्चन आते हैं किसी स्पैसीफिक टॉपिक के बारे लाइक चॉकलेट ते आ गया, ट्रैवल ते आ गया ठीक है, शॉपिंग ते आ गया, इदां दे ठीक है होंगे बहुत ईजी होंगे और जो डेली आप करते हैं ठीक है उन्हें एक्टिविटीज़ ते ही होंगे ने ठीक है इंट्रो। तो हुण देखो अपने को क्वेश्चन हैगा हाउ ऑफन डू यू ईट चॉकलेट्स, तुसी चॉकलेट कितनी ऑफन खाने हो मतलब अक्सर ही कदों खाने ठीक है। क्वेश्चन किया एग्जामिनर ने पहला तुसी अपनी लैंग्वेज के समझो पंजाबी च देख रही हैं, अगर कोई तुहानूं क्वेश्चन पूछदा कि तुसी चॉकलेट कितना ऑफन खाने और उन्हें थोड़ी लैंग्वेज देखनी है ठीक है, लैंग्वेज स्किल चैक करनी है, उदा गलबात नहीं कर रहा थोड़ी ना लैंग्वेज देखनी है उन्होंने थोड़ी ठीक है। उस तो बाद की है कि अगर उन्होंने तुहानूं क्वेश्चन किया कि हाउ ऑफन तुसी कितना अक्सर ही कितना लाइक मतलब चॉकलेट खाने हो कदों खाने हो ठीक है, तुसी कह दिता कि मैं हफ्ते दे विच एक बार या 2 बार खा लेना ठीक है, सिंपल हो गया। एक तुसी कह रहे हो उन्होंने चंगी तरह यार जो मैं सच दसा है ना कि मैं चॉकलेट मतलब कि काफ़ी पसंद करता ठीक है, और क्योंकि मैनू ना मतलब चॉकलेट वधिया लगती है ठीक है, टेस्ट बहुत वधिया लगता। उस तो बाद की है मैं तुसी दसता कि मैं हफ्ते दे विच अक्सर ही जोड़ा की है ना 2 बार खा ही लेना चॉकलेट, दोनों के विच फर्क है ना, एक तो तुसी एक लाइन दे विच जिहड़ा आंसर दे दिता हैगा और दूसरा तुसी एलैबोरेट कर रहे हैं मैं सच बोलना है ना ये जो तो वो थोड़ी जी तुहाडे दस रहे ना कि तुहाडे कोल आइडियाज़ ज़्यादा ने ठीक है, और थोड़ी जी लैंग्वेज की हैगी है पकड़ वो ज़्यादा है ठीक है। हुण देखो तुहानूं क्वेश्चन किया हाउ ऑफन डू यू ईट चॉकलेट्स, तुसी चॉकलेट कितने ऑफन खाने हैं, तुसी आंसर किया आई ईट चॉकलेट ट्वाइस इन अ वीक ठीक है। हुण देखो एक लाइन का आंसर की दिता तुसी की है उन्होंने चॉकलेट वर्ड तुसी ऑलरेडी दे दिता ठीक है, ईट थोनों विचों मिल गया ठीक है, तुसी तो जस्ट यही दसना ट्वाइस इन अ वीक, उत्थे ऑफन की जगह तुसी दसता ट्वाइस इन अ वीक। देखो 2 वर्ड्स जो अपन किद्दां बैंड दे देन ठीक है, तो आप किद्दां जिहड़ा ये चीज़ डिमांड रख सकते हैं ना कि आप इसी 2 वर्ड बोलते हैं तो सानूं बैंड स्कोर वधिया मिल जाए ठीक है। उन्होंने ट्राई करो थोड़ा जा एलैबोरेट करो, आप दसना है कि अपने को आइडियाज़ किन्ने आ, वोकैब किन्नी है, ईडियम्स किन्ने आ, भी सानू लैंग्वेज की डीप नॉलेज है ठीक है, तुसी ये चीज़ प्रूव करनी होंगी है, जिन्ना तुसी डीपली बोलोगे दैन उन्ने ही थोड़े स्कोर वधिया आते हैं ठीक है। हुण तुसी मैं लेंथ नहीं कह रही कि लेंथ काफ़ी दो ठीक है, ये नहीं कि तुसी इंट्रो क्वेश्चन ही एक क्यू टॉपिक जिदा बोल देना, ये नहीं कह रही, जस्ट इन्ना कि जो तुसी चीज़ पानी है वैल्यूएबल पाओ ठीक है, और ये अपनी जी की वकैब अच्छी पाओ ठीक है, ईडियम्स वगैरह पाओ भी जिन्ना तुसी बोलो उन्ना पूरा वधिया लगे ठीक है। हुण देखो एक क्वेश्चन सीगा आंसर सीगा आई ईट चॉकलेट ट्वाइस इन अ वीक, और एक हैगा ऑनेस्टली स्पीकिंग आई लव टू ईट चॉकलेट बिकॉज आई हैव अ स्वीट टूथ ठीक है, स्वीट टूथ वो होंदा ईडियम है ठीक है, नोट कर लो। स्वीट टूथ होंदा कि जिहड़े बंदे नूं बहुत ज़्यादा मिठा खाना पसंद होंदा है ठीक है, वो होंदा स्वीट टूथ ठीक है। सो आई ईट चॉकलेट ट्वाइस इन अ वीक ठीक है, तो एग्जामिनर ने आंसर देता कि ऑनेस्टली स्पीकिंग आई लव टू ईट चॉकलेट बिकॉज आई हैव अ स्वीट टूथ सो आई ईट चॉकलेट ट्वाइस इन अ वीक ठीक है, कि मैं ट्वाइस इन अ वीक देखो जो उन्होंने पूछा सी कि हाउ ऑफन वो भी आंसर दे दिता और दस भी दिता कि चॉकलेट खानी है क्यों खानी है सारा कुछ दस दिता ठीक है, तो जो उन्होंने दोबारा क्वेश्चन नहीं पूछने की जरूरत कि क्यों 2 बार खाने वीक च या कुछ भी है ठीक है, इदा कुछ पूछने की जरूरत नहीं पई, आप एक बार क्लीयर कर दिता। उस तो बाद आपको एग्जामिनर ने नैक्सट क्वेश्चन पूछा इज़ चॉकलेट एक्सपेंसिव इन इंडिया, इंडिया के चॉकलेट एक्सपेंसिव ने। हुण एक तुसी देखो लेंथ तो ऑलमोस्ट इक्वल है दोनों आंसर की ठीक है, हुण लेंथ नहीं गल वैल्यूएबल चीज़ भी होनी चाहिए है ठीक है। सम चॉकलेट्स आर एक्सपेंसिव इन इंडिया सच एज डेयरी मिल्क बार-वन एंड मैनी मोर। सिंपल तुसी की किया है ना कि जेडे कुछ चॉकलेट है एक्सपेंसिव इंडिया के ठीक है, सच एज डेयरी मिल्क बार-वन एंड मैनी मोर, इंडिया भी वर्ड उन्होंने दे दिते, एक्सपेंसिव भी दे दिते, चॉकलेट भी दे दिता ठीक है, 2-3 वर्ड्स तुसी अपने को लगे। हुण देखो अपने को हैगा पहले तुसी स्टार्टिंग दे विच कनैक्टर यूज़ किया, स्पीकिंग दे विच कनैक्टर यूज़ करो बहुत बेनीफिशियल है ठीक है। वेल ऑल चॉकलेट्स आर नॉट एक्सपेंसिव इन माई नेशन ठीक है, कि नहीं सारे चॉकलेट एक्सपेंसिव नहीं मेरे नेशन च, हुण उन्होंने इंडिया कि आप माई नेशन कह दिता ठीक है, गल तो सेम ही है ठीक है, जस्ट कि वोकैब ऐड कर दी एट all chocolates are not expensive in my nation but I can say that some foreign brands are more expensive as compared to local ठीक है, कि सारे नहीं है बट मैं ये चीज़ कह सकती हाँ कि कुछ जोड़े ब्रांड्स है ने वो एक्सपेंसिव है ठीक है एज कंपेयर टू लोकल, जानी कि जोड़े फॉरन ब्रांड ने वो मतलब कि थोड़े जे एक्सपेंसिव ने लोकल्स के कंपैरिजन के ठीक है। एज कंपेयर टू हूँ कंपलैक्स सेंटेंस है, कनैक्टर भी लग गया कंपलैक्स सेंटेंस भी लग गया ठीक है, और ये थोड़ा आंसर भी जोड़ा इंप्रैसिव हो गया। तो इस तरीके इंट्रो के जोड़े देने होंगे आ। उस तो बाद अपने को क्वेश्चन आ गया वैन वॉज द फर्स्ट टाइम यू ईट चॉकलेट ठीक है,
ਕਿਸ ਟਾਈਮ ਤੁਸੀਂ ਜਿਹੜਾ ਚਾਕਲੇਟ ਏਟ ਕੀਤਾ ਸੀ ਫਸਟ ਟਾਈਮ, ਠੀਕ ਹੈ। ਹੁਣ ਇੱਕ ਜਗ੍ਹਾ ਸਾਰੇ ਸਟੂਡੈਂਟਸ ਆਨਸਰ ਪਤਾ ਕੀ ਦਿੰਦੇ ਆ, ਆਈ ਰਿਮੈਂਬਰ ਫਸਟ ਟਾਈਮ ਆਈ ਏਟ ਚਾਕਲੇਟ ਔਨ ਦਿਸ ਓਕੇਜਨ, ਜਾਂ ਵੈਨ ਆਈ ਵਾਜ਼ ਇਨ ਦਿਸ ਸਟੈਂਡਰਡ, ਠੀਕ ਹੈ। ਇੱਦਾਂ ਦਾ ਆਨਸਰ ਦੱਸੋ ਕਿ ਇਸ ਟਾਈਮ ਖਾਦਾ ਹੈ, ਬਟ ਉਹਨੂੰ ਕੁਛ ਇੱਕ ਵਧੀਆ ਵੇ ਨਾਲ ਦੱਸੋ, ਹੈ ਨਾ, ਕਿ ਜਿੱਦਾਂ ਆਪਾਂ ਕਹਿੰਦੇ ਹਾਂ ਓਨੈਸਟਲੀ ਸਪੀਕਿੰਗ, ਜਾਂ ਟੂ ਬੀ ਓਨੈਸਟ, ਜਾਂ ਵੈਲ, ਠੀਕ ਹੈ। ਦੇਖੋ ਓਨੈਸਟਲੀ ਸਪੀਕਿੰਗ ਆਈ ਡੋਂਟ ਰਿਮੈਂਬਰ ਐਗਜ਼ੈਕਟਲੀ, ਠੀਕ ਹੈ, ਕਿ ਮੈਨੂੰ ਕਲੀਅਰਲੀ ਨਹੀਂ ਪਤਾ ਹੈਗਾ ਕਿ ਕਦੋਂ ਮੈਂ ਖਾਧਾ ਹੈਗਾ, ਕਿਉਂਕਿ ਮਤਲਬ ਬਚਪਨ ਦੀ ਗੱਲ ਹੈ, ਚੰਗੀ ਤਰ੍ਹਾਂ ਨਹੀਂ ਪਤਾ ਹੈਗਾ, ਠੀਕ ਹੈ। ਹੋ ਵੀ ਸਕਦਾ ਅਗਰ ਜੇ ਆਪਾਂ ਗੱਲ ਕਰੀਏ ਕਿ ਨਹੀਂ ਆਪਾਂ ਨੂੰ ਚੰਗੀ ਤਰ੍ਹਾਂ ਕਲੀਅਰਲੀ ਪਤਾ ਹੁੰਦਾ ਚਾਈਲਡਹੁੱਡ ਮੈਮਰੀਜ਼, ਠੀਕ ਹੈ। ਔਰ ਐਗਜ਼ਾਮੀਨਰ ਨੂੰ ਪਤਾ ਚੱਲ ਜਾਏਗਾ ਕਿ ਆਨਸਰ ਐਕਚੁਅਲ 'ਚ ਦੇ ਰਿਹਾ ਸਟੂਡੈਂਟ, ਠੀਕ ਹੈ, ਆਪਣੀ ਫੀਲਿੰਗਸ ਦੱਸ ਰਿਹਾ, ਕਿਸੇ ਦੀ ਮਤਲਬ ਮੈਮੋਰਾਈਜ਼ ਨਹੀਂ ਕੀਤੀ ਹੈਗੀ, ਠੀਕ ਹੈ। ਜੋ ਤੁਸੀਂ ਕਹੋਗੇ ਕਿ ਮੈਨੂੰ ਪਤਾ ਨਹੀਂ, ਜਦੋਂ ਮੈਂ ਪੰਜਾਬੀ 'ਚ ਗੱਲ ਕਰ ਲਈਏ ਤੁਹਾਨੂੰ ਪੁੱਛਦੇ ਫਸਟ ਟਾਈਮ ਤੁਸੀਂ ਚਾਕਲੇਟ ਕਦੋਂ ਖਾਧਾ ਸੀ, ਆਪਾਂ ਕਹਿ ਦਈਏ ਕਿ ਮੈਂ ਬਰਥਡੇ, ਮੈਨੂੰ ਯਾਦ ਆ ਮੈਨੂੰ ਬਰਥਡੇ 'ਤੇ ਖਾਧਾ ਸੀ, ਹੈ ਨਾ। ਤਾਂ ਉਸ ਤੋਂ ਬਾਅਦ ਤੁਸੀਂ ਇੱਕ ਜਗ੍ਹਾ 'ਤੇ ਕਹਿੰਦੇ ਯਾਰ ਮੈਨੂੰ ਸਹੀ ਤਰ੍ਹਾਂ ਨਹੀਂ ਪਤਾ ਹੈਗਾ ਮੈਂ ਕਦੋਂ ਖਾਧਾ ਸੀ, ਬਟ ਮੈਂ ਕਹਿ ਸਕਦਾ ਕਿ ਸ਼ਾਇਦ ਬਰਥਡੇ ਸੀ ਉਸ ਟਾਈਮ ਜਦੋਂ ਮੈਂ ਖਾਧਾ ਸੀ ਨਾ। ਫ਼ਰਕ ਹੋ ਗਿਆ ਨਾ ਗੱਲ ਦੇ ਵਿੱਚ। ਉਸ ਤਰੀਕੇ ਦੇ ਨਾਲ ਹੈ ਓਨੈਸਟਲੀ ਸਪੀਕਿੰਗ ਆਈ ਡੋਂਟ ਰਿਮੈਂਬਰ ਐਗਜ਼ੈਕਟਲੀ ਬਟ ਆਈ ਡੀਮ ਦੈਟ, ਡੀਮ ਹੁੰਦਾ ਥਿੰਕ, ਠੀਕ ਹੈ। ਡੀਮ ਦੈਟ ਫਸਟ ਟਾਈਮ ਆਈ ਏਟ ਚੋਕਲੇਟ ਔਨ ਮਾਈ ਬਰਥਡੇ ਪਾਰਟੀ ਵਿਚ ਇਜ਼ ਔਰਗੇਨਾਈਜ਼ਡ ਬਾਈ ਮਾਈ ਪੇਰੈਂਟਸ, ਠੀਕ ਹੈ। ਤਾਂ ਸਿੰਪਲ ਦੱਸਦਾ ਕਿ ਮੈਂ ਉਸ ਬਰਥਡੇ ਪਾਰਟੀ ਦੀ ਖਾਧੀ ਸੀ ਜਿਹੜੀ ਕਿ ਮੇਰੇ ਪੇਰੈਂਟਸ ਦੁਆਰਾ ਜਿਹੜੀ ਔਰਗੇਨਾਈਜ਼ਡ ਕੀਤੀ ਗਈ ਸੀ, ਠੀਕ ਹੈ। ਇਹ ਹੋ ਗਿਆ ਆਪਣਾ ਇੰਟਰੋ ਪਾਰਟ। ਹੁਣ ਇੰਟਰੋ ਪਾਰਟ ਨੂੰ ਕੀ ਹੈ, ਇਸ ਤਰੀਕੇ ਨਾਲ ਕਰੋ ਈਡੀਅਮਸ ਐਂਡ ਵਕੈਬ, ਔਰ ਟਰਾਈ ਕਰੋ ਥੋੜ੍ਹਾ ਜਿਹਾ ਐਲੈਬੋਰੇਟ ਕਰ ਦਿਓ, ਠੀਕ ਹੈ। ਇੱਕ ਲਾਈਨ ਦੇ ਵਿੱਚ ਆਨਸਰ ਦੇਣ ਨਾਲੋਂ ਚੰਗਾ ਕਿ ਤੁਸੀਂ 1-2 ਲਾਈਨ ਦੇ ਵਿੱਚ ਐਲੈਬੋਰੇਟ ਕਰੋ ਔਰ ਇਸ ਤਰੀਕੇ ਦੇ ਨਾਲ ਤੁਸੀਂ ਦੇਣਾ। ਤਾਂ ਆਈ ਹੋਪ ਤੁਹਾਨੂੰ ਜਿਹੜਾ ਇੰਟਰੋ ਪਾਰਟ ਆ ਉਹ ਕਲੀਅਰਲੀ ਪਤਾ ਚੱਲ ਗਿਆ ਹੋਊਗਾ ਕਿ ਆਪਾਂ ਕਿਸ ਤਰੀਕੇ ਦੇ ਨਾਲ ਇਹਨੂੰ ਆਨਸਰ ਕਰਨਾ ਹੈ। ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ 1 ਮਿੰਟ ਦੇ ਵਿੱਚ ਤੁਸੀਂ ਕਿਊ ਟੌਪਿਕ ਕਿਸ ਤਰੀਕੇ ਨਾਲ ਪ੍ਰਿਪੇਅਰ ਕਰਨਾ। ਕਾਫੀ ਸਟੂਡੈਂਟਸ ਕੀ ਆ ਇੰਟਰੋ ਪਾਰਟ ਬਹੁਤ ਈਜ਼ੀਲੀ ਕਰ ਲੈਂਦੇ, ਫੋਲੋਅਪਸ ਬਹੁਤ ਈਜ਼ੀਲੀ ਕਰ ਲੈਂਦੇ, ਬਟ ਸਟੱਕ ਉਹ ਹੁੰਦੀ ਹੈ ਕਿਊ ਟੌਪਿਕ ਦੇ ਵਿੱਚ। ਕਿਉਂਕਿ ਜਿਹੜਾ ਕਿਊ ਟੌਪਿਕ ਹੈ 2 ਮਿੰਟਸ ਜਿਹੜਾ ਕੰਟੀਨਿਊਸ ਬੋਲਣਾ। ਦੇਖੋ 2 ਮਿੰਟ ਕੰਟੀਨਿਊ ਬੋਲਣਾ ਹੈ, ਬਟ ਉਹਨੂੰ ਤੁਸੀਂ ਕਿਊ ਟੌਪਿਕ ਕਿਉਂ ਸਮਝਦੇ ਹੋ, ਉਹਨੂੰ ਸਮਝੋ ਕਿ ਉਹ ਇੰਟਰੋ ਪਾਰਟ ਹੈ, ਠੀਕ ਹੈ। ਅਗਰ ਤੁਸੀਂ ਉਹਨੂੰ ਇੰਟਰੋ ਪਾਰਟ ਲੈ ਕੇ ਚੱਲੋਗੇ ਦੈਨ ਤੁਸੀਂ ਜ਼ਿਆਦਾ ਕਲੀਅਰਲੀ ਉਹਨੂੰ ਇਲੈਬੋਰੇਟ ਕਰ ਸਕੋਗੇ, ਠੀਕ ਹੈ। ਫੋਰ ਐਗਜ਼ਾਮਪਲ ਦੇਖੋ ਆ ਪਾਰਟ 2 ਹੈ ਆਪਣੇ ਕੋਲੇ। ਸਟੇਟਮੈਂਟ ਆ ਗਈ ਤੁਹਾਨੂੰ, ਡਿਸਕ੍ਰਾਈਬ ਅ ਸਿਟੀ ਯੂ ਵੁੱਡ ਰੈਕੋਮੈਂਡਡ ਐਜ਼ ਅ ਨਾਈਸ ਪਲੇਸ ਟੂ ਲਿਵ। ਉਹ ਕਹਿੰਦੇ ਇੱਕ ਇੱਦਾਂ ਦੀ ਸਿਟੀ ਜਿਹੜੀ ਤੁਸੀਂ ਰੈਕੋਮੈਂਡ ਕਰਦੇ ਆ ਕਿ ਰਹਿਣ ਲਈ ਬਹੁਤ ਵਧੀਆ ਹੈ, ਠੀਕ ਹੈ। ਹੁਣ ਦੇਖੋ ਅਗਰ ਇੰਟਰੋ ਪਾਰਟ ਹੈ, ਇੰਟਰੋ ਪਾਰਟ ਵੀ ਤੁਹਾਨੂੰ ਇੱਦਾਂ ਹੀ ਹੁੰਦਾ ਨਾ ਕਿ ਜਿੱਦਾਂ ਚਾਕਲੇਟ 'ਤੇ ਹੈ ਤਾਂ ਸਾਰੇ ਕੁਐਸਚਨ ਚਾਕਲੇਟ 'ਤੇ ਹੋਣਗੇ, ਠੀਕ ਹੈ। ਉਸ ਤੋਂ ਬਾਅਦ ਅਗਰ ਸ਼ਾਪਿੰਗ 'ਤੇ ਹੈ ਤਾਂ ਸ਼ਾਪਿੰਗ 'ਤੇ ਹੋਏਗਾ। ਉਸੇ ਤਰੀਕੇ ਨਾਲ ਇਹ ਹੈ ਕਿ ਅਗਰ ਸਿਟੀ 'ਤੇ ਪੁੱਛਿਆ ਹੈ ਕਿ ਜਿਹੜੀ ਸਿਟੀ ਵਧੀਆ ਹੈ ਰਹਿਣ ਦੇ ਲਈ ਤਾਂ ਫਿਰ ਸਾਰੇ ਕੁਐਸਚਨ ਸਿਟੀ 'ਤੇ ਹੀ ਹੋਣਗੇ, ਠੀਕ ਹੈ। ਇੰਟਰੋ ਪਾਰਟ ਲੈ ਕੇ ਚਲੋ ਇਹਨੂੰ। ਪਹਿਲਾ ਕੁਐਸਚਨ ਹੈ, ਦੇਖੋ ਇਹਨੂੰ ਕਿਊ ਟੌਪਿਕ ਨਹੀਂ ਸਮਝਣਾ, ਇਹਨੂੰ ਕੁਐਸਚਨ ਸਮਝੋ ਕਿ ਕਿੱਥੇ ਤੁਹਾਨੂੰ ਐਗਜ਼ਾਮੀਨਰ 1 ਬਾਏ 1 ਪੁੱਛ ਰਿਹਾ ਔਰ ਤੁਸੀਂ ਕੀ ਕਰਨਾ, ਇੱਕ ਤਾਂ ਆਨਸਰ ਆਪ ਹੀ ਦੇ ਕੇ ਆਪਣਾ ਆਪ ਹੀ ਮਨ ਦੇ ਵਿੱਚ ਪੁੱਟ ਕਰ ਲੈਣਾ ਕਿ ਮੇਰਾ ਨੈਕਸਟ ਕੁਐਸਚਨ ਇਹ ਹੈ ਔਰ ਮੈਂ ਆਨਸਰ ਹੁਣ ਇਹਦਾ ਦੇਣਾ ਹੈ। ਔਰ 1 ਬਾਏ 1 ਬੁਲੇਟ ਪੁਆਇੰਟ ਦੇ ਅਕੋਰਡਿੰਗ ਚੱਲੋਗੇ ਦੈਨ ਤੁਹਾਡਾ 2 ਮਿੰਟਸ ਈਜ਼ੀਲੀ ਬੋਲ ਵੀ ਪਾਓਗੇ ਐਂਡ ਟਾਸਕ ਜਿਹੜੀ ਰਿਸਪੌਂਸ ਹੁੰਦਾ ਹੈ ਉਹ ਵੀ ਤੁਹਾਡਾ ਫੁੱਲ ਜਾਏਗਾ, ਠੀਕ ਹੈ। ਕੋਈ ਵੀ ਮਿਸ ਨਹੀਂ ਹੋਏਗਾ, ਦੈਟ ਮੀਨਸ ਤੁਸੀਂ ਫੁੱਲ ਜਿਹੜਾ ਟੌਪਿਕ ਬੋਲ ਪਾਓਗੇ। ਓਕੇ, ਅਗਰ ਤੁਸੀਂ ਇਹਨੂੰ ਫਸਟ ਨੂੰ ਤੁਸੀਂ ਪਹਿਲਾ ਕੁਐਸਚਨ ਲਓ ਕਿ ਵਾਟ ਇਟ ਇਜ਼, ਕਿ ਉਹ ਜਿੱਦਾਂ ਹੁਣ ਕੁਐਸਚਨ ਬਣਾ ਲਓ ਆਪਣੇ ਮਾਈਂਡ ਦੇ ਵਿੱਚ। ਐਗਜ਼ਾਮੀਨਰ ਤੁਹਾਨੂੰ ਇੰਟਰੋ ਕੁਐਸਚਨ ਦੇ ਵਿੱਚ ਪੁੱਛ ਰਿਹਾ ਕਿ ਕਿਹੜੀ ਉਹ ਸਿਟੀ ਹੈਗੀ ਜਿਹੜੀ ਤੁਸੀਂ ਰੈਕੋਮੈਂਡ ਕਰਦੇ ਹੈਗੇ ਆ, ਠੀਕ ਹੈ, ਐਜ਼ ਅ ਨਾਈਸ ਪਲੇਸ ਟੂ ਲਿਵ। ਇਹਨੂੰ ਹੁਣ ਆਨਸਰ ਦੇ ਦਿਓ ਕਿ ਇਸ ਤਰੀਕੇ ਨਾਲ ਦਓਗੇ, ਠੀਕ ਹੈ, ਜਿੱਦਾਂ ਇੰਟਰੋ 'ਚ ਦੇਣਾ ਹੈ ਉਸ ਤਰੀਕੇ ਨਾਲ ਇੰਪ੍ਰੈਸਿਵ ਵੇ ਦੇ ਨਾਲ ਈਡੀਅਮਸ ਵਗੈਰਾ ਲਗਾਓ, ਠੀਕ ਹੈ। ਔਰ ਕੀ ਆ ਵਧੀਆ ਵਕੈਬ ਪਾਓ। ਵੇਅਰ ਇਟ ਇਜ਼, ਠੀਕ ਹੈ, ਕਿੱਥੇ ਲੋਕੇਟ ਕਰਦੀ ਆ ਉਹ ਤੁਸੀਂ ਦੱਸ ਦਿਓ ਕਿ ਕਿੱਥੇ ਲੋਕੇਟ ਕਰਦੀ ਹੈ, ਠੀਕ ਹੈ, ਉਹਦੀ ਲੋਕੇਸ਼ਨ ਦੱਸ ਦਿਓ। ਉਸ ਤੋਂ ਬਾਅਦ ਆਪਣੇ ਕੋਲ ਨੈਕਸਟ ਕੁਐਸਚਨ ਖੁਦ ਨੂੰ ਪੁੱਛੋ ਵਾਟ ਯੂ ਨੋ ਅਬਾਊਟ ਦਿਸ ਪਲੇਸ, ਤੁਸੀਂ ਕੀ ਜਾਣਦੇ ਹੋ ਇਸ ਪਲੇਸ ਦੇ ਬਾਰੇ। ਮਤਲਬ ਤੁਹਾਨੂੰ ਐਗਜ਼ਾਮੀਨਰ ਨੇ ਕੁਐਸਚਨ ਕੀਤਾ ਕਿ ਤੁਸੀਂ ਕੀ ਜਾਣਦੇ ਹੋ, ਜੋ ਜਾਣਦੇ ਆ ਜਿਹੜੀ ਸਿਟੀ ਦੇ ਬਾਰੇ, ਜਿਹੜੀ ਤੁਸੀਂ ਸਿਟੀ ਦੱਸੀ ਹੈ ਸਾਰਾ ਕੁਛ ਦੱਸ ਦਿਓ। ਮਤਲਬ ਇਹ ਜਿਹੜਾ 3rd ਪੁਆਇੰਟ ਹੁੰਦਾ ਨਾ ਆਪਣਾ ਬੁਲੇਟ ਪੁਆਇੰਟ ਤੀਸਰਾ, ਜਿਹੜਾ ਫਸਟ ਔਰ ਸੈਕਿੰਡ ਹੁੰਦਾ ਉਹਦੇ ਵਿੱਚ ਇੱਕ ਛੋਟੇ ਕੁਐਸਚਨ ਹੁੰਦੇ 'ਚ 1-2 ਲਾਈਨਾਂ ਆਪਾਂ ਜਿਹੜੀਆਂ ਦੱਸ ਦਿੰਦੇ ਹਾਂ, ਬਟ ਜਿਹੜਾ 3rd ਹੁੰਦਾ ਥੋੜ੍ਹਾ ਜਿਹਾ ਐਲੈਬੋਰੇਟ ਕਰਨਾ ਹੁੰਦਾ ਹੈ ਨਾ ਆਪਾਂ, ਉਹਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਕੁਛ ਜ਼ਿਆਦਾ, ਮਤਲਬ ਕਿ ਜਿਹੜਾ ਕੁਐਸਚਨ ਹੁੰਦਾ ਲੈਂਥੀ ਹੁੰਦਾ। ਉਹਨੂੰ ਫੋਲੋਅਪ ਸਮਝ ਲਓ, ਠੀਕ ਹੈ। ਔਰ ਫੋਲੋਅਪਸ ਕੀ ਹੈ, ਉਹਨੂੰ ਇੱਕ ਇਸ ਤਰੀਕੇ ਦੇ ਨਾਲ ਬੋਲੋ ਕਿ 5 to 6 ਲਾਈਨਸ ਹੋ ਜਾਣ। ਅਗਰ 5 to 6 ਲਾਈਨ ਹੋ ਗਈਆਂ ਦੈਨ ਕੀ ਹੈ, ਤੁਸੀਂ ਲਾਸਟ ਦੇ ਵਿੱਚ 3-4 ਲਾਈਨਸ ਐਡ ਕਰ ਦਿੱਤੀਆਂ, ਤੁਹਾਡਾ 2 ਮਿੰਟਸ ਦਾ ਬਹੁਤ ਈਜ਼ੀਲੀ ਟੌਪਿਕ ਬਣ ਜਾਣਾ। ਪਹਿਲਾਂ ਮੈਂ ਦੱਸਦੀ ਹਾਂ ਆਪਣੇ ਕੋਲੇ ਪਾਰਟ 2 ਦੇ ਵਿੱਚ ਕੀ ਹੁੰਦਾ, ਜਦੋਂ ਆਪਾਂ ਨੂੰ ਟੌਪਿਕ ਦਿੰਦੇ ਆ ਤਾਂ ਆਪਾਂ ਇੱਕ ਪਹਿਲਾਂ ਕੀ ਆ ਇੰਟਰੋ ਲਾਉਂਦੇ ਆ, ਠੀਕ ਹੈ। ਇੰਟਰੋ ਦੇ ਵਿੱਚ ਆਪਾਂ 1-2 ਲਾਈਨ ਦਿੰਦੇ ਹੈਗੇ ਆ ਕਿ ਬਈ ਕਿਹੜੀ ਗੱਲ ਕਰਨ ਜਾ ਰਹੇ, ਜਿਹੜਾ ਟੌਪਿਕ ਦੀ ਗੱਲ ਕਰਨੀ ਹੁੰਦੀ ਹੈ, ਠੀਕ ਹੈ। ਤਾਂ ਉਹਦੇ ਬਾਰੇ ਆਪਾਂ ਥੋੜ੍ਹਾ ਜਿਹਾ ਦੱਸਦੇ ਹੁੰਦੇ ਹਾਂ ਕਿ ਹੈ ਨਾ ਇਹ ਚੀਜ਼ ਹੈਗੀ ਆ। ਤਾਂ ਆਪਾਂ ਪਹਿਲਾਂ ਦੱਸਿਆ ਹੈਗਾ ਵੈਲ ਕਨੈਕਟ ਲਗਾਇਆ, ਇੰਡੀਆ ਇਜ਼ ਅ ਡਿਵਰਸ ਕੰਟਰੀ, ਠੀਕ ਹੈ। ਇੰਡੀਆ ਡਿਵਰਸ ਕੰਟਰੀ ਆ ਐਂਡ ਦੇਅਰ ਐਂਪਲ ਹੁੰਦੀ ਹੈਗੀ ਕਾਫੀ ਜ਼ਿਆਦਾ, ਠੀਕ ਹੈ। ਮੈਟਰੋਪੋਲਿਸਿਸ ਹੁੰਦੀਆਂ ਸਿਟੀਜ਼, ਠੀਕ ਹੈ। ਵੇਅਰ ਵਨ ਕੈਨ ਲਿਵ ਅ ਲਗਜ਼ਰੀਜ਼ ਲਾਈਫ, ਠੀਕ ਹੈ। ਜਿਹੜੀ ਲਗਜ਼ਰੀ ਲਾਈਫ ਇੱਕ ਪਰਸਨ ਜੀ ਸਕਦਾ, ਕਾਫੀ ਜਿਹੜੀਆਂ ਸਿਟੀਜ਼ ਨੇ, ਠੀਕ ਹੈ, ਇੰਡੀਆ ਦੇ ਵਿੱਚ।
ਇਹ ਤਾਂ ਤੁਹਾਡੀ ਹੋਗੀ ਬੇਸਿਕ ਲਾਈਨ, ਕਿਉਂਕਿ ਉਹਨਾਂ ਨੇ ਪੁੱਛਿਆ ਸੀਗਾ ਕਿ ਜਿਹੜੀ ਬੈਟਰ ਲਾਈਫ ਜੀ ਸਕਦੇ ਹੈਗੇ ਆ, ਠੀਕ ਹੈ, ਤਾਂ ਉਹਦੇ ਬਾਰੇ ਗੱਲ। ਓਕੇ, ਇਹ ਆਪਣੀ ਹੋਗੀ ਇੰਟਰੋ। ਉਸ ਤੋਂ ਬਾਅਦ ਆਪਣੀ ਕੁਐਸਚਨ ਸਟਾਰਟ ਹੁੰਦੀ ਆ 1 by 1, ਠੀਕ ਹੈ। ਵਾਟ ਇਟ ਇਜ਼, ਵੇਅਰ ਇਟ ਇਜ਼, ਵਟ ਯੂ ਨੋ ਅਬਾਊਟ ਦਿਸ ਪਲੇਸ, ਐਕਸਪਲੇਨ ਵਾਈ ਯੂ ਰੈਕਮੈਂਡ ਇਟ ਐਜ਼ ਅ ਨਾਈਸ ਪਲੇਸ। ਹੁਣ ਆਪਣੇ ਕੋਲ ਜਸਟ ਕੁਐਸਚਨ ਤਾਂ 4 ਨੇ, ਠੀਕ ਹੈ। ਇਹ ਤਾਂ ਇੰਟਰੋ ਪਾਰਟ ਨਾਲੋਂ ਵੀ ਛੋਟਾ ਹੈ ਆਪਣੇ ਕੋਲੇ, ਕਿਉਂਕਿ ਇੰਟਰੋ ਪਾਰਟ ਦੇ ਵਿੱਚ ਵੀ ਉਹਨਾਂ ਨੇ ਤੁਹਾਨੂੰ ਇੱਦਾਂ ਕਿ 2 ਟੌਪਿਕ ਐਟਲੀਸਟ ਪੁੱਛਣਗੇ। ਅਗਰ ਇੱਕ ਦੇ ਵਿੱਚ ਤੁਹਾਨੂੰ 3 ਪੁੱਛ ਲਏ ਕੁਐਸਚਨ ਔਰ ਦੂਸਰੇ ਦੇ ਵਿੱਚ 3 ਪੁੱਛ ਲਏ, 6 ਹੋ ਗਏ। ਤਾਂ ਇਹ ਤਾਂ ਆਪਣੇ ਕੋਲੇ 4 ਨੇ, ਠੀਕ ਹੈ। ਔਰ ਇੰਟਰੋ ਤੋਂ ਵੀ ਜੇ ਫੋਲੋਅਪਸ ਵੀ ਆਪਾਂ ਨੂੰ ਕੀ ਹੈ 3 ਤੋਂ 4 ਹੀ ਪੁੱਛਦੇ ਨੇ, ਤਾਂ ਇਹ ਵੀ ਆਪਣੇ ਕੋਲੇ ਜਿਹੜੇ 3 ਤੋਂ 4 ਨੇ, ਠੀਕ ਹੈ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਕਿਊ ਟੌਪਿਕ ਅਗਰ ਕੁਐਸਚਨ ਲੈ ਕੇ ਚੱਲੋਗੇ ਤਾਂ ਤੁਸੀਂ ਬੈਟਰ ਵੇ ਨਾਲ ਆਨਸਰ ਦੇ ਸਕਦੇ। ਮੈਂ ਸੈਂਪਲ ਆਨਸਰ ਸ਼ੋ ਕਰਦੀ ਹਾਂ। ਪਹਿਲਾਂ ਤਾਂ ਤੁਸੀਂ 1-2 ਲਾਈਨ ਤਾਂ ਤੁਹਾਡੀ ਉਸੇ 'ਚ ਕਲੀਅਰ ਹੋ ਜਾਣੀ ਇੰਟਰੋ, ਕੁਛ ਸੈਕਿੰਡ ਤੁਸੀਂ ਇਹ ਬੋਲ ਦਿੱਤੀ ਇੰਟਰੋ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਵਾਟ ਇਟ ਇਜ਼, ਪਹਿਲਾਂ ਤੁਸੀਂ ਇੱਕ ਲਾਈਨ ਬੋਲਦੇ ਆ ਹੇਅਰ ਆਈ ਵੁਡ ਲਾਈਕ ਟੂ ਟਾਕ ਅਬਾਊਟ, ਜਿਹਦੇ ਬਾਰੇ ਵੀ ਤੁਸੀਂ ਗੱਲ ਕਰਨੀ ਹੁੰਦੀ ਹੈ ਨਾ, ਉਹਦੇ ਬਾਰੇ ਤੁਸੀਂ ਦੱਸ ਦਿੰਦੇ ਆ ਟਾਕ ਅਬਾਊਟ ਅ ਮੋਸਟ ਬਿਊਟੀਫੁਲ ਸਿਟੀ ਚੰਡੀਗੜ੍ਹ, ਠੀਕ ਹੈ। ਹੁਣ ਦੱਸਤਾ ਕਿ ਵਾਟ ਇਟ ਇਜ਼ ਮਤਲਬ ਵਿੱਚ ਹੈ, ਠੀਕ ਹੈ, ਕਿਹੜੀ ਸਿਟੀ ਹੈ। ਓਕੇ, ਉਹ ਚੰਡੀਗੜ੍ਹ ਹੈ ਆਪਾਂ ਦੱਸ ਦਿੱਤਾ। ਉਸ ਤੋਂ ਬਾਅਦ ਕੀ ਆ ਵੇਅਰ ਇਟ ਇਜ਼, ਹੁਣ ਇਹ ਕਿੱਥੇ ਆ, ਉਹਦੀ ਲੋਕੇਸ਼ਨ ਦੱਸ ਦਿਓ, ਠੀਕ ਹੈ। ਲਾਈਕ ਜਿੱਦਾਂ ਹੁਣ ਚੰਡੀਗੜ੍ਹ ਹੈ, ਉਹਦੇ ਬਾਰੇ ਆਪਾਂ ਨੂੰ ਪਤਾ ਕਿ ਉਹ ਕੈਪੀਟਲ ਹੈਗੀ ਹੈ, ਠੀਕ ਹੈ। ਇਹ ਇਹੋ ਜਿਹੀਆਂ ਚੀਜ਼ਾਂ ਦੱਸ ਦਿਓ, 1-2 ਲਾਈਨ ਦੇ ਵਿੱਚ ਦੱਸ ਦਿਓ ਥੋੜ੍ਹਾ ਹੈ, ਠੀਕ ਹੈ। ਦਿਸ ਸਿਟੀ ਇਜ਼ ਲੋਕੇਟਡ ਬਿਟਵੀਨ ਪੰਜਾਬ ਐਂਡ ਹਰਿਆਣਾ ਸਟੇਟ, ਕਿ ਹਰਿਆਣਾ ਅਤੇ ਜਿਹੜੀ ਪੰਜਾਬ ਸਟੇਟ ਦੇ ਵਿੱਚ ਲੋਕੇਟ ਕਰਦੀ ਹੈ ਸਿਟੀ, ਠੀਕ ਹੈ। ਐਜ਼ ਵੈਲ ਐਜ਼ ਕੈਪੀਟਲ ਆਫ ਬੋਥ ਸਟੇਟਸ, ਐਂਡ ਇਸ ਦੋਨਾਂ ਸਟੇਟਸ ਦੀ ਉਹ ਕੈਪੀਟਲ ਹੈਗੀ ਹੈ, ਠੀਕ ਹੈ, ਰਾਜਧਾਨੀ ਹੈ। ਇਹ ਹੋ ਗਿਆ ਆਪਣਾ, ਠੀਕ ਹੈ। ਇੰਟਰੋ ਤੋਂ ਲੈ ਕੇ ਆਪਾਂ ਇੰਟਰੋ ਵੀ ਬੋਲ ਦਿੱਤੀ 2-3 ਲਾਈਨਸ ਦੇ ਵਿੱਚ, ਠੀਕ ਹੈ। ਔਰ ਵਾਟ ਇਟ ਇਜ਼ ਇਹ ਵੀ ਦੱਸਦਾ ਚੰਡੀਗੜ੍ਹ ਹੈ। ਵੇਅਰ ਇਟ ਇਜ਼, ਹੁਣ ਇਹਦਾ ਵੀ ਆਨਸਰ ਆ ਗਿਆ ਕਿੱਥੇ ਹੈ। ਹੁਣ ਆਪਣਾ ਕੁਐਸਚਨ ਹੈ ਵਾਟ ਯੂ ਨੋ ਅਬਾਊਟ ਦਿਸ ਪਲੇਸ। ਅਗਰ 1 by 1 ਬੁਲੇਟ ਪੁਆਇੰਟ ਦੇ ਅਕੋਰਡਿੰਗ ਚੱਲੋਗੇ ਨਾ, ਤਾਂ ਨਾਲੇ ਤਾਂ ਤੁਸੀਂ 2 ਮਿੰਟ ਬਹੁਤ ਈਜ਼ੀਲੀ ਬੋਲ ਲਓਗੇ, ਨਾਲੇ ਤੁਹਾਨੂੰ ਪਤਾ ਚੱਲੇਗਾ ਕਿ ਤੁਸੀਂ ਹਰ ਇੱਕ ਬੁਲੇਟ ਪੁਆਇੰਟ ਦਾ ਆਨਸਰ ਦਿੱਤਾ ਹੈ। ਕਿਉਂਕਿ ਅਗਰ ਜੇ ਤੁਸੀਂ ਬਿਨਾਂ ਬੁਲੇਟ ਪੁਆਇੰਟ ਤੋਂ ਸਟੋਰੀ ਬਣਾਉਣੀ ਹੈ ਤਾਂ ਕਈ ਵਾਰੀ ਇੱਕ ਅੱਧਾ ਜਿਹੜਾ ਬੁਲੇਟ ਪੁਆਇੰਟ ਮਿਸ ਹੋ ਜਾਂਦਾ, ਠੀਕ ਹੈ। ਉਹ ਟਾਸਕ ਰਿਸਪੌਂਸ 'ਤੇ ਆਨਸਰ ਤੁਹਾਡਾ ਜਿਹੜਾ ਇਫੈਕਟ ਪਾਉਂਦਾ ਹੈ। ਤਾਂ ਗੱਲ ਕਰਦੇ ਹਾਂ ਵਾਟ ਯੂ ਨੋ ਅਬਾਊਟ ਦਿਸ ਪਲੇਸ। ਪਹਿਲਾਂ ਤਾਂ ਮਾਈਂਡ ਦੇ ਵਿੱਚ ਸੋਚ ਲਓ, ਜਦੋਂ ਤੁਹਾਨੂੰ ਟੌਪਿਕ ਮਿਲਦਾ 1 ਮਿੰਟ ਮਿਲਦਾ ਨਾ ਐਟਲੀਸਟ, ਤਾਂ 1 ਮਿੰਟ ਦੇ ਵਿੱਚ ਸੋਚ ਲਓ ਕਿ ਤੁਸੀਂ ਕੀ ਜਿਹੜਾ ਕੀ ਆ ਉਸ ਦੇ ਬਾਰੇ ਸੋਚਦੇ ਹੈਗੇ ਆ, ਠੀਕ ਹੈ। ਮਤਲਬ ਕੀ ਪਤਾ ਹੈ ਤੁਹਾਨੂੰ। ਇੱਕ ਮੈਂ ਟਿਪ ਹੋਰ ਦੇਵਾਂਗੀ, ਠੀਕ ਹੈ। ਇੱਕ ਵਾਰੀ ਆ ਜਿਹੜਾ ਸੈਂਪਲ ਆਨਸਰ ਕੰਪਲੀਟ ਕਰਵਾ ਦਿਓ, ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਹਾਂ ਸਪੀਕਿੰਗ ਦੀ ਇੱਕ ਟਿਪ ਦਊਂਗੀ, ਜਿਹਦੇ ਵਿੱਚ ਤੁਹਾਨੂੰ ਕੀ ਆ ਉਹ ਕਾਫੀ ਬੈਨੀਫੀਸ਼ੀਅਲ ਹੈ ਤੁਹਾਡੇ ਲਈ, ਠੀਕ ਹੈ। ਵਟ ਯੂ ਨੋ ਅਬਾਊਟ ਦਿਸ ਪਲੇਸ ਦੇ ਬਾਰੇ ਕੀ ਜਾਣਦੇ ਹੋ ਉਹਦੀ ਗੱਲ ਕਰਦੇ ਹਾਂ, ਠੀਕ ਹੈ। ਪਹਿਲਾਂ ਫਸਟ ਟਾਈਮ ਦੱਸਦਾ, ਅਕਸਰ ਜਦੋਂ ਚੰਡੀਗੜ੍ਹ ਬਾਰੇ ਤੁਹਾਨੂੰ ਪਤਾ ਚੱਲਿਆ, ਤੁਸੀਂ ਉੱਥੇ ਪਹੁੰਚੇ ਹੋਵੋਗੇ ਜਾਂ ਤੁਸੀਂ ਕਿਸੇ ਤੋਂ ਸੁਣਿਆ ਹੋਏਗਾ, ਠੀਕ ਹੈ। ਅਤੇ ਇੱਥੇ ਛੋਟੀ ਜਿਹੀ ਸਟੋਰੀ ਦੱਸ ਦਿਓ। ਅਗਰ ਤਾਂ ਤੁਸੀਂ ਕਿਸੇ ਨੂੰ ਮਿਲੇ ਸੀ ਤਾਂ ਤੁਸੀਂ ਉਹ ਦੱਸ ਦਿਓ, ਹੈ ਨਾ, ਕਿ ਕਿਸੇ ਪਰਸਨ ਨੂੰ ਮਿਲੇ ਸੀ, ਉਹਨਾਂ ਤੋਂ ਪਤਾ ਲੱਗਿਆ ਤੁਹਾਨੂੰ ਚੰਡੀਗੜ੍ਹ ਬਾਰੇ। ਅਗਰ ਤੁਸੀਂ ਇੰਟਰਨੈਟ 'ਤੇ ਸਰਚ ਕੀਤਾ ਤੁਸੀਂ ਦੱਸ ਦਿਓ ਕਿ ਇੰਟਰਨੈਟ ਤੋਂ ਮੈਨੂੰ ਪਤਾ ਚੱਲਿਆ, ਠੀਕ ਹੈ। ਅਗਰ ਤੁਸੀਂ ਵਿਜ਼ਿਟ ਕੀਤਾ ਉੱਥੇ ਫਿਰ ਤੁਸੀਂ ਵਿਜ਼ਿਟ ਦਾ ਦੱਸ ਦਿਓ, ਠੀਕ ਹੈ। ਜਿੱਦਾਂ ਹੁਣ ਮੈਂ ਸੈਂਪਲਾਂ ਦੇ ਵਿੱਚ ਦੱਸਿਆ ਕਿ ਮੈਂ ਵਿਜ਼ਿਟ ਕੀਤਾ, ਠੀਕ ਹੈ। ਫਸਟ ਟਾਈਮ ਮੈਂ ਵਿਜ਼ਿਟ ਚੰਡੀਗੜ੍ਹ ਇਨ ਆਰਡਰ ਟੂ ਅਟੈਂਡ ਮਾਈ ਫਰੈਂਡਸ ਬਰਥਡੇ ਪਾਰਟੀ। ਇਨ ਆਰਡਰ ਟੂ ਆਪਣੇ ਕੋਲ ਕੰਪਲੈਕਸ ਸੈਂਟੈਂਸ ਹੈ, ਠੀਕ ਹੈ। ਅਗਰ ਤੁਸੀਂ ਬੋਲਿਆ ਕੰਪਲੈਕਸ ਸੈਂਟੈਂਸ, ਐਗਜ਼ਾਮੀਨਰ ਨੂੰ ਪਤਾ ਚੱਲ ਜਾਣਾ ਕਿ ਤੁਹਾਨੂੰ ਨੌਲੇਜ ਹੈ ਕੰਪਲੈਕਸ ਸੈਂਟੈਂਸ ਬਾਰੇ, ਠੀਕ ਹੈ। ਇਨ ਆਰਡਰ ਟੂ ਅਟੈਂਡ ਮਾਈ ਫਰੈਂਡਸ ਬਰਥਡੇ ਪਾਰਟੀ, ਕਿ ਮੈਂ ਚੰਡੀਗੜ੍ਹ ਗਈ ਸੀ ਜਦੋਂ ਕਿ ਉਹ ਬਰਥਡੇ ਪਾਰਟੀ ਅਟੈਂਡ ਕਰਨ ਲਈ, ਠੀਕ ਹੈ। ਟੂ ਬੀ ਓਨੈਸਟ, ਇਮਾਨਦਾਰੀ ਦੇ ਨਾਲ ਕਹਾਂ, ਆਈ ਗੋਟ ਇੰਪ੍ਰੈਸਡ ਬਾਈ ਦ ਬਿਊਟੀ ਆਫ ਦਿਸ ਸਿਟੀ, ਕਿ ਮੈਂ ਸਿਟੀ ਦੀ ਜਿਹੜੀ ਬਿਊਟੀ ਸੀ ਉਹ ਤੋਂ ਇੰਪ੍ਰੈਸ ਹੋ ਚੁੱਕੀ ਸੀ, ਠੀਕ ਹੈ, ਉਸ ਟਾਈਮ। ਮੋਰ ਓਵਰ ਕਰੈਕਟਰ ਲਗਾ ਲਓ, ਮੋਰ ਓਵਰ, ਫਰਦਰ, ਮੋਰ, ਇਨ ਐਡੀਸ਼ਨ, ਕਿਤੇ ਵੀ ਤੁਸੀਂ ਲਗਾ ਸਕਦੇ ਹੋ ਕਿਉਂ ਟੌਪਿਕ ਦੇ ਵਿੱਚ, ਠੀਕ ਹੈ। ਇਹਦੇ ਨਾਲ ਤੁਹਾਡੀ ਲੈਂਥ ਵੀ ਕਵਰ ਹੋ ਜਾਂਦੀ ਹੈ ਟੌਪਿਕ ਦੀ, ਔਰ ਕੀ ਹੈ ਕਿ ਤੁਹਾਡੀ ਜਿਹੜੀ ਮਤਲਬ ਜਿਹੜੀ ਸਪੀਕਿੰਗ ਆ ਇੰਪ੍ਰੈਸਿਵ ਲੱਗਦੀ ਹੈਗੀ ਹੈ, ਠੀਕ ਹੈ। ਮੋਰ ਓਵਰ ਇਟ ਇਜ਼ ਐਮੀਨੈਂਟ ਫॉर ਸੈਵਰਲ ਅਟਰੈਕਸ਼ਨਸ, ਠੀਕ ਹੈ, ਸੱਚ ਐਜ਼ ਲਾਂਟੇ ਮੋਲ, ਰੌਕ ਗਾਰਡਨ ਐਂਡ ਸੋ ਔਨ। ਤੁਸੀਂ ਇਹੀ ਦੱਸਣਾ ਨਾ ਕਿ ਪਲੇਸ ਦੇ ਬਾਰੇ ਕੀ ਜਾਣਦੇ ਹੋ। ਪਹਿਲਾਂ ਤਾਂ ਤੁਸੀਂ ਦੱਸਤਾ ਕਿ ਮੈਂ ਜਦੋਂ ਪਹਿਲੀ ਵਾਰੀ ਚੰਡੀਗੜ੍ਹ ਗਈ ਸੀ, ਠੀਕ ਹੈ, ਤਾਂ ਉਹ ਮੇਰੀ ਬਰਥਡੇ ਪਾਰਟੀ ਮੈਂ ਅਟੈਂਡ ਕਰਨੀ ਸੀ ਫਰੈਂਡ ਦੀ, ਤਾਂ ਗਏ ਸੀ, ਔਰ ਮੈਂ ਬਿਊਟੀ ਤੋਂ ਇੰਪ੍ਰੈਸ ਹੋ ਗਈ ਸੀ ਪਹਿਲੀ ਵਾਰ 'ਚ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਮੋਰ ਓਵਰ ਲਗਾ ਕੇ ਦੱਸਿਆ ਕਿ ਮੈਂ ਜਿਹੜੀ ਚੰਡੀਗੜ੍ਹ ਹੈ ਉਹ ਐਮੀਨੈਂਟ ਹੁੰਦਾ, ਜਾਣਿਆ ਜਾਂਦਾ, ਠੀਕ ਹੈ, ਫੇਮਸ ਹੈ, ਜਾਨੀ ਕਿਉਂ ਫੇਮਸ ਹੈ ਕਾਫੀ ਅਟਰੈਕਸ਼ਨ ਦੇ ਲਈ, ਠੀਕ ਹੈ। ਉਹ ਕਿਹੜੀਆਂ ਜਿਹੜੀਆਂ ਐਲਾਂਟੇ ਮੋਲ, ਠੀਕ ਹੈ, ਰੌਕ ਗਾਰਡਨ ਐਂਡ ਸੋ ਔਨ। ਅਗਰ ਹੋਰ ਵੀ ਕੁਛ ਪਤਾ ਹੈ ਚੰਡੀਗੜ੍ਹ ਬਾਰੇ 2-3 ਲਾਈਨਸ ਉਹ ਐਡ ਕਰ ਦਿਓ, ਜਿੰਨਾ ਪਤਾ ਮਤਲਬ ਜਾਨੀ ਕਰ ਦਿਓ, ਠੀਕ ਹੈ। ਉਸ ਤੋਂ ਬਾਅਦ ਇਨ ਐਡੀਸ਼ਨ ਕਨੈਕਟਰ ਲਗਾਇਆ, ਦਿਸ ਸਿਟੀ ਪ੍ਰੋਵਾਈਡ ਆਲ ਟਾਈਪਸ ਆਫ ਅਮੈਨਿਟੀਜ਼, ਕਿ ਇਹ ਜਿਹੜੀਆਂ ਹੋਰ ਅਮੈਨਿਟੀਜ਼ ਹੁੰਦਾ ਫੈਸਿਲਿਟੀਜ਼, ਠੀਕ ਹੈ, ਕਿ ਇਹ ਅਮੈਨਿਟੀਜ਼ ਪ੍ਰੋਵਾਈਡ ਕਰਵਾਉਂਦੀ ਹੈ ਸਿਟੀ। ਜਿੱਦਾਂ ਫੋਰ ਐਗਜ਼ਾਮਪਲ, ਠੀਕ ਹੈ, ਐਗਜ਼ਾਮਪਲ ਮਤਲਬ ਲਿਖ ਕੇ ਲਗਾਤਾ, ਹੁਣ ਐਗਜ਼ਾਮਪਲ ਦੇਵਾਂਗੇ, ਐਜੂਕੇਸ਼ਨ, ਗੁੱਡ ਹੈਲਥ ਕੇਅਰ ਐਂਡ ਜੋਬ ਅਪਰਚੁਨਿਟੀਜ਼, ਠੀਕ ਹੈ। ਹੁਣ ਲਾਈਕ ਤੁਸੀਂ ਸਟਾਰਟਿੰਗ ਤੋਂ ਸਟਾਰਟ ਕਰਦੇ ਹਾਂ ਟੌਪਿਕ, ਇੱਕ ਪੁਆਇੰਟ ਰਹਿ ਗਿਆ ਆਪਣਾ ਬੁਲੇਟ ਪੁਆਇੰਟ। ਵੈਲ, ਇੰਡੀਆ ਇਜ਼ ਅ ਡਿਵਰਸ ਕੰਟਰੀ ਐਂਡ ਦੇਰ ਆਰ ਐਂਪਲ metropolis where one can live a luxury life. Here I would like to talk about a most beautiful city, Chandigarh. This city is located between Punjab and Haryana state as well as capital of both states. First time I visited Chandigarh in order to attend my friend's birthday party. To be honest, I got impressed by the beauty of this city. Moreover, it is eminent for several attractions such as Elante Mall, Rock Garden and so on.
In addition, this city provide all types of amenities, for example education, good health care and job opportunities। ठीक है, अगर तुम इस तरीके नाल बोलदे आ, आराम दे नाल, ना ज़्यादा तेज़ बोलो, ठीक है, ना ज़्यादा स्लो बोलो, इस तरीके नाल बोलदे आ, अगर तुहाडी मतलब फ्लुएंसी अच्छी है तो एग्जामिनर तुहाडे तो 2 मिनट पूरा सुनदा भी नहीं है, ठीक है, और अपना स्टिल हले 1 पॉइंट पे है, ठीक है। एक्सप्लेन वाई यू रेकमेंड दिस एज अ नाइस प्लेस। ठीक है, ऑल इन ऑल आई कैन से दैट दिस इज़ वन ऑफ द, हुण इहदा तुसीं आंसर दसना कि तुसीं क्यों इनू रेकमेंड करदे नाइस प्लेस। ऑलरेडी मैंशन कर दिता कि अमैनिटीज़ वगैरह काफ़ी मिलदियां हैगियां, ठीक है, तुसीं दस दिता, तो हुण तुसीं इह च दस सकदे कि अमैनिटीज़ करके ही जिहड़ा की है मैं इसनूं रेकमेंड करदी हाँ नाइस प्लेस। ठीक है, ऑल इन ऑल आई कैन से दैट दिस इज़ वन ऑफ द बेस्ट सिटी ऑफ इंडिया विच मेक्स पीपल्स लाइफ मोर कन्वीनियंट। ठीक है, ये इंडिया की एक बेस्ट सिटी है, ठीक है, जिहड़ी कि लोगों की लाइफ नूं बहुत ईजी बनाती। इफ़ आई गेट चांस टू मूव इन दिस सिटी, ये तुसीं पर्सनल अपनी विश दसदी है कि अगर मैनूं चांस मिलिया, ठीक है, सिटी च मूव करन दा, आई विल नैवर मिस द बोट। ठीक है, नैवर मिस द बोट मीनस कि एक ईडियम है कि तुसीं चांस नहीं मिस करोगे। ठीक है, तो आप लास्ट से दस दिता कि इफ़ आई गेट चांस टू मूव इन दिस सिटी वैन आई विल नैवर मिस द बोट, तो मैं ये जोड़े कि चांस मिस नहीं करना। ठीक है, ये हो गया अपना क्यू टॉपिक। हुण मैं दसदी हाँ टिप्स एंड ट्रिक्स। ठीक है, क्यू टॉपिक लिए पहला तो ट्राई करो जो थोनों PDF मिलती है, ठीक है, जिन्ने PDF दे विच टॉपिक है पहला ही तुसीं ओहदी एक स्टोरी प्रिपेयर करो अपने माइंड दे विच। ठीक है, स्टोरी अपनी लैंग्वेज दे विच प्रिपेयर कर लो कि इस तरीके इस टॉपिक दे विच मैं ये वाला बोलना, कि मतलब कोई भी टॉपिक थोड़े लिए न्यू ना हो। ठीक है, क्योंकि आंदा तो अपने को स्पीकिंग जी PDF दे विचों टॉपिक आंदा हुंदा, जो थोनों आ जाए मतलब कि उस टाइम तुसीं की करना। हुण काफ़ी स्टूडेंट्स की प्रॉब्लम है कि 1 मिनट से तुसीं प्रिपेयर नहीं कर पाते, है ना। पहला तो ये तुसीं तरीका यूज़ करो कि 1 बाय 1 बुलेट पॉइंट आंसर करो, जस्ट इन क्वेश्चन समझो, दैन तुसीं आंसर दे सकते हो ईजली। ठीक है, और एक की आ होर पावरफुल जो टिप दसदी हाँ, वो की है तुसीं पहला स्टोरी प्रिपेयर करके रखो कि मैं इस टॉपिक दे विच ये बोलना। अगर तुसीं इस तरीके दे नाल करदे हो कि मैं इस टॉपिक दे विच ये बोलना, और जिहड़ा तुहानूं 1 मिनट मिलदा है एग्जाम दे विच, तां उहदे नाल तुहाडी की होएगा, उस दे विच तुसीं ये चीज़ लगा सकते हैं कि मैं ये वाली वकैब बोलनी है और ईडियम्स बोलनी है। ठीक है, कई बार स्टूडेंट्स नर्वस भी हो जाते हैं, ठीक है, तो उस टाइम तुसीं थोड़ा जिहा रिलैक्स कर सकते हैं अपने आप नूं और ईजिली जो टॉपिक बोल सकते हैं। अगर पहला स्टोरी प्रिपेयर होगी और एट टाइम से तुसीं ईडियम्स वगैरह लगा सकते हैं, क्योंकि नहीं तो इदां हुंदा गा, अगर तुसीं 1 मिनट दे विच स्टोरी प्रिपेयर करदे हो उत्थे, ठीक है, मतलब असल हुंदा है स्टूडेंट्स के नाल, जो तुसीं 1 मिनट दे विच प्रिपेयर करदे हो दैन तुसीं मुश्किल दे नाल स्टोरी ही प्रिपेयर कर पाउने हो। ठीक है, और ईडियम्स वगैरह वकैब वगैरह भुल जाने हो कि ये वाली वधिया ऐड करना हैगा। ठीक है, अगर तुसीं पहलां जिहड़ा प्रिपेयर कीती होएगी स्टोरी, दैन ये थोड़ी बेनीफिशियल होएगा। ठीक है, और पहलां ये चीज़ करो कि एक बारी PDF नूं चंगी तरह देख लो कि ये वाले टॉपिक ने और ये वाली स्टोरी इन्हां दे विच बन सकदी है, तां जो थोड़ी न्यू ना होवे। ठीक है, वो जिहड़ी आपां नूं PDF मिलदी है पहलां वो इस चीज़ लई मिलदी है कि आपां जस्ट एक बार देख लीए कि इन्हां चीज़ां बारे आपां नूं पुछया जा सकदा है। ठीक है, इसे तरीके नाल एक बारी इंट्रो दे टॉपिक पढ़ लो, फॉलोअप्स पढ़ लो। ठीक है, ये ईजी हो जाता। आइडियाज़ ना कॉपी करो, आइडियाज़ अपने दसो, बट एक बार तुहानूं स्टेटमेंट पता लग जाती कि ये वाली चीज़ है, इस तरीके नाल हो जाएगी। ठीक है, हुण अपना जिहड़ा लास्ट पार्ट रह गया हैगा फॉलोअप्स। ठीक है, तो वीडियो थोड़ी लेंथी हो रही है, आप फॉलोअप्स का जिहड़ा कि नैक्सट वीडियो दे विच गल करांगे पार्ट 2 दे विच। ठीक है, अगर तुहानूं वीडियो इन्फॉर्मेटिव लगी और तुहानूं टिप्स एंड ट्रिक्स चाहिए फॉलोअप्स के लिए, दैन तुसीं कॉमेंट सैक्शन में भी दसना, तो मैं नैक्सट वीडियो जी फॉलोअप्स से अपलोड करांगी। ठीक है, क्योंकि फॉलोअप्स भी थोड़े जे लेंथी हो, लिए टिप्स एंड ट्रिक्स थोड़ी वीडियो लेंथी हो जाएगी। ठीक है, और आप फॉलोअप्स नूं अलग तो कर लाँगे। तो ये सी अपने इंट्रो क्वेश्चन क्यू टॉपिक। ठीक है, 2 मिनट तुसीं किस तरीके नाल बोल सकते इदां, और ट्राई की करना 2 अपने की आ सेंटेंस वेरिएशन एज वेल एज ईडियम्स। ठीक है, दोनों प्रिपेयर करो और 100% जी स्पीकिंग इंप्रूव होगी विदिन 15 डेज़। ठीक है, और मेरे विच ये वाला टाइम टेबल तुसीं जिहड़ा फॉलो करो और अपनी जी स्पीकिंग की इंप्रूवमेंट करो। ठीक है, आई होप ये वीडियो थोड़ी इन्फॉर्मेटिव होगी। थैंक्स फॉर वॉचिंग।